ਲਓ ਸੱਜਣੋ ਤੇ ਮਿੱਤਰੋ, ਫੈਸਲਾਬਾਦ ਦੇ ਵਿੱਚ ਕਰੋੜਾਂ ਰੁਪਏ ਦਾ ਫਰਾਡ ਹੋ ਰਿਹਾ ਹੈ ਤੇ ਬੇਵਾ ਸ਼ਾਹਿਦਾ ਸਾਡੇ ਕੋਲ ਮੌਜੂਦ ਨੇ। ਇਹਨਾਂ ਨਾਲ ਕਰੋੜਾਂ ਰੁਪਏ ਦਾ ਫਰਾਡ ਹੋਇਆ ਹੈ ਤੇ ਇਹਨਾਂ ਨਾਲ ਫਰਾਡ ਕਿਵੇਂ ਹੋਇਆ ਥੋੜਾ ਜਿਹਾ ਮੈਂ ਤੁਹਾਨੂੰ ਦੱਸਦਾ ਜਾਵਾਂ। ਸ਼ੇਖ ਅਬਦੁਲ ਜੱਬਾਰ ਜਿਨ੍ਹਾਂ ਦੀ ਕਿ ਸ਼ਾਹਿਦਾ ਜਿਹੜੀ ਕਿ ਸਾਡੇ ਨਾਲ ਬਾਜੀ ਮੌਜੂਦ ਆ, ਇਹ ਸੀਗੀ ਸ਼ੇਖ ਅਬਦੁਲ ਜੱਬਾਰ। ਇਹਨਾਂ ਦੀ ਵਾਈਫ ਸੀਗੀ ਔਰ ਇਹਨਾਂ ਦੀ ਦੂਸਰੀ ਸ਼ਾਦੀ ਸੀਗੀ ਤੇ ਇਹ ਜਿਹੜੇ ਪਹਿਲੀ ਬੇਗਮ ਸੀ ਉਹਨਾਂ ਦੇ ਵਿੱਚੋਂ 4 ਬੇਟੇ ਸੀਗੇ। ਜਿਹੜੀ ਕਿ ਜਾਇਦਾਦ ਸੀ 1 ਅਰਬ 50 ਕਰੋੜ ਰੁਪਏ ਦੀ ਜਾਇਦਾਦ ਸੀ, ਜਿਹਦੇ ਵਿੱਚੋਂ ਬਾਜੀ ਹੋਰਾਂ ਨੂੰ ਤਕਰੀਬਨ ਕੋਈ ਮਿਲਣਾ ਸੀ 30 ਕਰੋੜ ਰੁਪਇਆ ਹਿੱਸਾ। ਲੇਕਿਨ ਉਹ ਹਿੱਸਾ ਨਾ ਦੇਣ ਦੀ ਖਾਤਰ ਜਿਹੜੇ 4 ਬੱਚੇ ਸੀ, ਜਿਹੜੇ 4 ਪਹਿਲੇ ਬੇਟੇ ਸੀਗੇ, ਉਹਨਾਂ ਦੇ ਨਾਲ ਕਿੱਦਾਂ ਫਰਾਡ ਕੀਤੇ, ਕੀ ਕੀਤੇ, ਉਹਨਾਂ ਦਾ ਮੈਂ ਨਾਮ ਲੈਂਦਾ ਜਾਵਾਂ। ਸਭ ਤੋਂ ਪਹਿਲੇ ਆਂਦਾ ਜ਼ੈਨ ਇਸਲਾਮ, ਮੁਹੰਮਦ ਸਾਦ, ਵਕਾਸ ਇਸਲਾਮ, ਮੁਹੰਮਦ ਅਹਿਮਦ। ਤੇ ਕਿੱਦਾਂ ਸਾਰਾ ਵਕੂਆ ਹੋਇਆ ਬਾਜੀ ਨਾਲ ਸਾਡੇ ਮੌਜੂਦ ਨੇ। ਬਾਜੀ ਜ਼ਰਾ ਦੱਸਿਓ ਕਿਸ ਤਰ੍ਹਾਂ ਤੁਹਾਡੇ ਨਾਲ ਫਰਾਡ ਹੁੰਦਾ ਰਿਹਾ ਵਾ, ਕਿਸ ਤਰ੍ਹਾਂ ਤੁਹਾਨੂੰ ਮਤਲਬ ਕਚਹਿਰੀਆਂ ਅਦਾਲਤਾਂ ਵਿੱਚ ਤੁਹਾਡੇ ਤੇ FIR ਹੁੰਦੀਆਂ ਰਹੀਆਂ, ਕੀ ਵਾਕਿਆ ਥੋੜਾ ਜਿਹਾ ਦੱਸੋ ਜ਼ਰਾ। ਜੀ ਮੇਰੇ ਨਾਲ ਵਾਕਿਆ ਇਸ ਤਰ੍ਹਾਂ ਹੋਇਆ ਕਿ ਮੇਰੇ ਨਾਲ ਪਹਿਲੇ ਹਸਬੈਂਡ ਦੀ ਡੈਥ ਹੋ ਗਈ। ਠੀਕ ਹੈ। ਮੇਰੀਆਂ ਭੈਣਾਂ ਨੇ, ਮੇਰੇ ਛੋਟੇ ਬੱਚੇ ਨੇ, ਉਹਨਾਂ ਦੀ ਕਫਾਲਤ ਔਰ ਮੇਰੀ ਸਰਪ੍ਰਸਤੀ ਲਈ ਮੇਰੀ ਦੂਸਰੀ ਸ਼ਾਦੀ ਕੀਤੀ ਸ਼ੇਖ ਅਬਦੁਲ ਜਬਾਰ, ਜੋ ਕਿ ਸੂਤਰ ਮੰਡੀ ਦੇ ਮਾਇਆ ਨਾਜ਼ ਤਾਜਰ ਸੀ। ਠੀਕ ਹੈ। ਅਮੀਨ ਟਾਊਨ ਉਹਨਾਂ ਦੀ ਰਹਾਇਸ਼ ਹੈ ਤੇ ਉਹਨਾਂ ਨਾਲ ਮੇਰੀ 2016 ਚ ਸ਼ਾਦੀ ਹੋਈ ਔਰ 20 ਦੇ ਵਿੱਚ ਉਹ ਇੰਤਕਾਲ ਕਰ ਗਏ। ਸਹੀ। ਉਸ ਤੋਂ ਬਾਅਦ ਜਿਹੜੇ ਮਾਮਲਾਤ ਹੁੰਦੇ ਵਿਰਾਸਤਾਂ ਦੇ, ਉਹ ਵਿਰਾਸਤ ਮੇਰੇ ਨਾਮ ਹੋ ਚੁੱਕੀ, ਵਿਰਾਸਤੀ ਇੰਤਕਾਲ ਹੋ ਗਿਆ, ਸਾਰੇ ਮੇਰੇ ਨਾਮ ਹੋ ਗਏ। ਠੀਕ ਹੈ। ਔਰ ਜਿਹੜੇ ਉਹਨਾਂ ਦੇ 4 ਬੱਚੇ ਨਾ, ਜ਼ੈਨ, ਸਾਦ, ਵਕਾਸ ਤੇ ਅਹਿਮਦ, ਜੀ ਇਹਨਾਂ ਨੇ ਕੀ ਕੀਤਾ ਜੀ, ਪਹਿਲੇ ਤੇ ਮੁਖਤਲਿਫ ਹੀਲੇ ਇਜਤ ਕਰਦੇ ਰਹੇ, ਮੇਰੇ ਤੇ ਮੁਖਤਲਿਫ ਦਾ ਮੈਨੂੰ ਥ੍ਰੈਟ ਕਰਦੇ ਰਹੇ ਕਿ ਬੀਬੀ ਇਸ ਚੀਜ਼ ਤੋਂ ਬਾਜ਼ ਆ ਜਾਏ। ਜਦੋਂ ਮੈਂ ਇਹਨਾਂ ਚੀਜ਼ਾਂ ਤੋਂ ਹਟੀ ਨਹੀਂ ਨਾ, ਤੇ ਉਹਨਾਂ ਨੇ ਕੀ ਕੀਤਾ ਕਿ ਇੱਕ ਨਾ 128 ਯੂਨੀਅਨ ਕੌਂਸਲ ਹੈ, ਉਹਦੇ ਵਿੱਚ ਇੱਕ ਬਦਨਾਮੇ ਜ਼ਮਾਨਾ ਯੂਨੀਅਨ ਸੈਕਟਰੀ ਇਮਰਾਨ ਪੱਟੀ, ਉਹਦੇ ਨਾਲ ਮਿਲ ਕੇ ਇਹਨਾਂ ਨੇ ਮੇਰੀ ਜੈਲੀ ਤਲਾਕ ਬਣਾਤੀ। ਅੱਛਾ ਜੀ। ਕਿ ਜੀ ਸਾਡੇ ਬਾਪ ਨੇ ਨੂੰ ਤਲਾਕ ਦੇ ਦਿੱਤੀ, ਇਹ ਬੇਵਾ ਨਹੀਂ ਹੈਗੀ, ਇੱਕ ਮੁਤਲਕਾ। ਠੀਕ ਹੈ। ਜਿਹਦੇ ਖਾਤਰ ਮੈਂ ਉਹਦੀ ਐਪਲੀਕੇਸ਼ਨ ਲੈ ਕੇ ਮੈਂ ਚਲੀ ਗਈ ਆਪਣਾ ਐਂਟੀ ਕਰਪਸ਼ਨ। ਠੀਕ ਹੈ। ਐਂਟੀ ਕਰਪਸ਼ਨ ਦੇ ਵਿੱਚ ਮੈਂ 3 ਸਾਲ ਖੱਜਲ ਹੁੰਦੀ ਰਹੀ, ਦੁਪਹਿਰਾਂ ਦੇ ਸਾਰੇ ਉੱਥੇ ਬੈਠੀ ਰਹੀ। ਤੁਹਾਨੂੰ ਪਤਾ ਸਾਡੀਆਂ ਜਿਹੜੀਆਂ ਇੱਥੇ ਦੀਆਂ ਜਿਹੜੇ ਅਦਾਰੇ ਨੇ, ਉਹਨਾਂ ਨੇ ਜੋ ਸਲੂਕ ਸਾਡੇ ਨਾਲ ਕੀਤੇ। ਬਹਰਹਾਲ ਆਪਣਾ 3 ਸਾਲਾਂ ਤੋਂ ਬਾਅਦ ਉਹਨਾਂ ਤੇ FIR ਹੋ ਗਈ। FIR ਜਿਹੜੀ ਹੈ FIR ਜਿਹੜੀ ਕਿ 18/1/2024 ਦੇ ਵਿੱਚ ਇਹ ਕੁਝ ਹੋਈ ਹੈ। ਜੀ ਬਿਲਕੁਲ ਜੀ। ਜਦੋਂ FIR ਹੋ ਗਈ ਪ੍ਰੀ ਅਰੈਸਟ, ਮਤਲਬ ਉਹਨਾਂ ਨੇ ਜਿਹੜੀ ਬੇਲ ਕਰਾਈ, ਉਹਦੇ ਵਿੱਚ ਵੀ ਦੇਖੋ ਦੁਹਾਈ ਖੁਦਾ ਦੀ ਕਿ 9 ਮਹੀਨੇ ਪੂਰੇ ਉਹ ਜ਼ਮਾਨਤ ਹੀ ਉਹਨਾਂ ਦੀ ਉਹਦੇ ਤੇ ਟੁਰਦੇ ਰਹੇ ਪ੍ਰੀ ਅਰੈਸਟ ਤੇ। ਮਤਲਬ ਜਿਹੜੇ 4 ਮੁਲਜ਼ਮ ਸੀਗੇ, ਹਾਂਜੀ, ਉਹ 4 ਤੇ 5ਵਾਂ ਇਮਰਾਨ ਜਿਹਨੇ 128 ਯੂਨੀਅਨ ਕੌਂਸਲਰ। ਜੀ ਬਿਲਕੁਲ। ਇਹ 9 ਮਹੀਨੇ ਪੂਰੇ ਅਦਾਲਤਾਂ ਨੇ ਉਹਨਾਂ ਨੂੰ ਰਿਲੀਫ ਦਿੱਤਾ, ਫਿਰਦੇ ਰਹੇ ਤੇ ਹੁਣ ਪਰਸੋਂ ਜੀ ਉਹਨਾਂ ਦੀ ਜ਼ਮਾਨਤ ਰਿਜੈਕਟ ਹੋਈ। ਠੀਕ ਹੈ। ਜਿਹਦੇ ਵਿੱਚੋਂ ਇੱਕ ਮੁਲਜ਼ਮ ਜਿਹੜਾ ਵਾ ਜ਼ੈਨ ਇਸਲਾਮ, ਉਹ ਗ੍ਰਿਫਤਾਰ ਹੋ ਗਿਆ ਔਰ ਜਿਹੜੇ ਬਾਕੀ ਨੇ ਉਹ ਮਫਰੂਰ ਹੋ ਗਏ। ਠੀਕ ਹੈ। ਜ਼ੈਨ ਇਸਲਾਮ ਜਿਹੜਾ ਇਹਨਾਂ ਨਾਲ ਫਰਾਡ ਕਰਦੇ ਨੇ, ਕਿਉਂਕਿ ਜਾਇਦਾਦ ਬੜੀ ਮਹਿੰਗੀ ਜਾਇਦਾਦ ਸੀ, 1 ਅਰਬ 50 ਕਰੋੜ ਰੁਪਏ ਦੀ ਜਾਇਦਾਦ ਸੀ, ਜਿਹਦੇ ਵਿੱਚੋਂ ਇਹਨਾਂ ਨਾਲ ਫਰਾਡ ਹੁੰਦਾ ਰਿਹਾ। ਆਏ ਰੋਜ਼ ਕਦੀ ਕੋਈ ਦਰਖਾਸਤ, ਕਦੀ ਤਲਾਕਨਾਮਾ, ਕਦੀ ਝੂਠੇ, ਕਦੀ ਕੋਈ ਹੋਰ ਵਾਕਿਆ। ਕਿਸ ਤਰ੍ਹਾਂ ਹੋਇਆ, ਕਿਹੜੀ ਤੁਸੀਂ ਇੱਕ ਕਹਿ ਰਹੇ ਕਿ ਇੱਕ ਹੋਰ ਸਾਡੇ ਨਾਲ ਨਿਕਾਹਨਾਮਾ, ਜਿਹੜਾ ਝੂਠਾ ਨਿਕਾਹਨਾਮਾ ਇਹਨਾਂ ਨੇ ਬਣਾ ਲਿਆ, ਉਹ ਕੀ ਸੀ? ਹਾਂਜੀ। ਜਦੋਂ ਇਹਨਾਂ ਨੇ ਦੇਖਿਆ ਕਿ ਸਾਡੇ ਉੱਤੇ ਮਤਲਬ ਐਲੀਗੇਸ਼ਨ ਇਹਨਾਂ ਦਾ ਸਾਬਤ ਹੋ ਗਿਆ ਕਿ ਇਹਨਾਂ ਨੇ ਜੈਲੀ ਤਲਾਕ ਜਿਹੜੀ ਨਾ ਮੇਰੀ ਬਣਵਾਈ ਸੀ, ਉਹਦੇ ਤੋਂ ਬਚਣ ਦੀ ਖਾਤਰ ਇਹਨਾਂ ਨੇ ਕੀ ਕੀਤਾ ਕਿ ਮੈਨੂੰ ਪਤਾ ਹੀ ਨਹੀਂ, ਇਹਨਾਂ ਨੇ ਇੱਕ ਬਾਹਰ ਨਾ ਨਿਕਾਹਨਾਮਾ ਤਿਆਰ ਕਰਵਾ ਲਿਆ। ਸਹੀ। ਮੇਰਾ। ਠੀਕ ਹੈ। ਉਹ 140 ਯੂਨੀਅਨ ਕੌਂਸਲ ਹੈ, ਉੱਥੇ ਇਹਨਾਂ ਨੇ ਤਿਆਰ ਕਰਵਾਇਆ। ਸਹੀ। ਜਿਹਦਾ ਕਿ ਹੁਣ ਦੁਬਾਰਾ ਮੈਂ ਐਂਟੀ ਕਰਪਸ਼ਨ 'ਚ ਫਿਰ ਚਲੀ ਗਈ। ਮੈਂ ਆਪਣੀ ਆਲਾ ਕਾਮ, ਸਾਡੀ ਇਸ ਵਕਤ CM ਨੂੰ ਆਪਣਾ ਮਰੀਮ ਨਵਾਜ਼ ਸਾਹਿਬਾ, ਮੈਂ ਉਹਨਾਂ ਨੂੰ, ਮੈਂ ਬਾਕੀ ਆਲਾ ਕਾਮ ਨੂੰ ਇਹ ਦਰਖਾਸਤ ਕਰਾਂਗੀ ਕਿ ਤੁਸੀਂ ਇਹ ਗਵਰਨਮੈਂਟ ਦੇ ਜਿਹੜੇ ਲੋਕ ਤੁਸੀਂ ਇੱਥੇ ਛੱਡੇ ਨੇ, ਇਹੋ ਜਿਹੇ ਕਾਲੀਆਂ ਭੇੜੀਆਂ ਜਿਹੜੀਆਂ ਜਿਨ੍ਹਾਂ ਦੇ ਹੱਥ ਦੇ ਵਿੱਚ ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਦਿੱਤੀਆਂ, ਉਹਨਾਂ ਨੂੰ ਕੋਈ ਪੁੱਛਣ ਭਾਲਣ ਵਾਲੇ ਕੋਈ ਨਹੀਂ। ਕੋਈ ਬੈਠੇ ਬਿਠਾਇਆ ਤਲਾਕ ਬਣਾ ਰਿਹਾ, ਕੋਈ ਬੈਠੇ ਬਿਠਾਇਆ ਨਿਕਾਹਨਾਮਾ ਬਣਾ ਰਿਹਾ। ਸਾਡੇ ਵਰਗੀਆਂ ਬੇਵਾ ਤੇ ਵਿਚਾਰੀਆਂ ਧੱਕੇ ਖਾਣ ਵਾਲੀ, ਜਿਨ੍ਹਾਂ ਦਾ ਕੋਈ, ਮੈਂ ਕਿਰਾਏ ਤੇ ਬੈਠੀ ਹਾਂ, ਮੇਰਾ ਕੁਛ ਵੀ ਨਹੀਂ ਹੈ, ਮੇਰੇ ਛੋਟੇ ਬੱਚੇ, ਔਰ ਮੈਂ ਸਾਰਾ ਦਿਨ ਇੱਕ ਇਕੱਲੀ ਔਰਤ ਆ, ਮੇਰਾ ਅੱਗੇ ਪਿੱਛੇ ਕੋਈ ਨਹੀਂ, ਮੈਂ ਧੱਕੇ ਖਾ ਰਹੀ ਹਾਂ। ਜਿਹੜਾ ਮੈਂ 3 ਸਾਲ ਬਾਅਦ ਅਗਰ ਇੱਕ ਚੀਜ਼ ਤੋਂ ਨਿਕਲੀ ਆ ਤਾਂ ਹੁਣ ਦੂਸਰੀ ਫਿਰ ਤਿਆਰ, ਮੈਂ ਫਿਰ ਐਂਟੀ ਕਰਪਸ਼ਨ ਦੇ ਵਿੱਚ ਹੁਣ ਉਸ ਨਿਕਾਹਨਾਮੇ ਨੂੰ ਜਟਲਾਣਾ। ਮੇਰੀ ਦਰਖਾਸਤ ਹੈ ਕਿ ਇਹਨਾਂ ਜਿਹੜੇ ਇਹੋ ਜਿਹੇ ਕਾਲੀਆਂ ਭੇੜਿਆਂ ਇਹਨਾਂ ਕੋਲੋਂ ਹਿਸਾਬ ਲਿਆ ਜਾਏ, ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏ। ਸਾਡੇ ਵਰਗੀ ਔਰਤਾਂ ਦੀ ਮੈਂ ਹੱਥ ਜੋੜ ਕੇ ਮਿਹਨਤ ਕਰਦੀ ਹਾਂ ਕਿ ਸਾਡੀ ਮਦਦ ਕੀਤੀ ਜਾਏ। ਸਾਡੇ ਕਿਉਂਕਿ ਮਰੀਮ ਨਵਾਜ਼ ਸਾਹਿਬਾ ਵੀ ਇੱਕ ਔਰਤ ਨੇ ਤੇ ਸਾਡੀ ਔਰਤਾਂ ਦਾ ਉਹ ਜ਼ਿਆਦਾ ਜਿਹੜਾ
ਬਿਲਕੁਲ ਅਹਿਸਾਸ ਕਰ ਸਕਦੇ। ਬਿਲਕੁਲ ਬਿਲकुल ਮਰੀਮ ਨਵਾਜ਼ ਜਿਹੜੀ ਸੀਐਮ ਪੰਜਾਬ ਖਵਾਤੀਨ ਦਾ ਬੜਾ ਖਿਆਲ ਰੱਖਦੀ ਹੈ, ਉਹਨਾਂ ਅੱਗੇ ਵੀ ਅਪੀਲ ਕੀਤੀ ਕਿ ਜਿਹੜਾ ਸਾਡੀ ਜਿਹੜੀ ਛੋਟੇ ਛੋਟੇ ਬੱਚਿਆਂ ਦੇ ਖਾਤਰ ਕੱਲੀ ਬੇਵਾ ਜਿਹੜੀ ਕਿ ਰੋਜ਼ ਦਰ ਬਦਰ ਦੀਆਂ ਠੋਕਰਾਂ ਖਾਂਦੀ ਹੈ, ਕਦੀ ਕਿਸੇ ਅਦਾਰੇ ਵਿੱਚ ਕਦੀ ਕਿਸੇ ਅਦਾਰੇ ਵਿੱਚ, ਜਿਹੜੇ ਕੇਸ ਝੂਠ ਲਾਉਣ ਵਾਸਤੇ। ਲੇਕਿਨ ਅਫਸੋਸ ਦੀ ਗੱਲ ਆ, ਹਾਲੇ ਤੱਕ ਵੀ ਕੋਈ ਇਨਸਾਫ ਨਹੀਂ ਮਿਲਦਾ। ਇੱਕ ਮੁਲਜ਼ਮ ਫੜਿਆ ਗਿਆ ਵਾ, ਦੇਖੋ ਬਾਕੀ ਵੀ ਫੜੇ ਜਾਂਦੇ, ਐਂਟੀ ਕਰਪਸ਼ਨ ਨੇ ਕਾਰਵਾਈ ਕਰਕੇ ਇੱਕ ਮੁਲਜ਼ਮ ਤੇ ਫੜ ਲਿਆ, ਲੇਕਿਨ ਉਮੀਦ ਆ ਕਿ ਜਲਦੀ ਬਾਕੀ ਵੀ ਫੜੇ ਜਾਣ, ਤਾਂ ਕਿ ਜਿਹੜਾ ਇਹਨਾਂ ਦਾ ਹਿੱਸਾ ਬਣਦਾ ਨਾ। ਯਾਰ ਦੇਖੋ ਆਪਣੇ ਹੱਕ ਵਾਸਤੇ ਕਿੰਨਾ ਲੜਨਾ ਪੈਂਦਾ, ਸਾਲਾਂ ਸਾਲ ਲੜਦੇ ਪਏ, ਲੇਕਿਨ ਅਫਸੋਸ ਦੀ ਗੱਲ ਆ ਹਾਲੇ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ। ਅਪੀਲ ਆ ਇਹਨਾਂ ਦੀ, ਅਪੀਲ ਆ ਮਰੀਮ ਨਵਾਜ਼ ਅੱਗੇ ਵੀ, ਆਲਾ ਅਦਾਲਤਾਂ ਅੱਗੇ ਵੀ, ਜਾਂ ਜਿਹੜੇ ਫੈਸਲਾਬਾਦ ਇੰਤਜ਼ਾਮੀਆਂ ਵੀ ਉਹਨਾਂ ਦੇ ਅੱਗੇ ਵੀ ਅਪੀਲ ਆ ਕਿ ਖੁਦਾਰਾ ਇਹਨਾਂ ਵਾਸਤੇ ਜਿਹੜਾ ਇਹਨਾਂ ਦਾ ਹੱਕ ਬਣਦਾ ਨਾ, ਇਹਨਾਂ ਦਾ ਹੱਕ ਲੈ ਕੇ ਇਹਨਾਂ ਨੂੰ ਦਿੱਤਾ ਜਾਵੇ, ਤਾਂ ਕਿ ਆਪਣੇ ਜਿਹੜੇ ਛੋਟੇ ਛੋਟੇ ਬੱਚੇ ਆ ਉਹਨਾਂ ਨਾਲ ਆਪਣੀ ਜ਼ਿੰਦਗੀ ਸਕੂਨ ਦੀ ਗੁਜ਼ਾਰ ਸਕਣ।